ਜਿਹੜੀ ਤੁਹਾਡੀ NGO ਹੈ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੀ ਹੈ ਤੇ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਮਦਦ ਕਰ ਰਹੀ ਹੈ। ਜਿਹੜੇ ਬੱਚੇ ਕੀ ਫਾਈਨੈਂਸ਼ਲੀ ਕਿਸੇ ਪ੍ਰੋਬਲਮ ਕਰਕੇ ਨਹੀਂ ਪੜ੍ਹ ਪਾਉਂਦੇ ਉਹਨਾਂ ਨੂੰ ਸਾਡਾ NGO ਸਪੋਰਟ ਕਰ ਰਿਹਾ ਹੈ। ਉਸ ਤੋਂ ਇਲਾਵਾ ਸਾਡੇ NGO ਨੇ ਕੁਝ ਬੱਚੇ ਅਡਾਪਟ ਕੀਤੇ ਹੋਏ ਹੈ ਜਿਨ੍ਹਾਂ ਦੇ ਵਿੱਚ ਸਪੈਸ਼ਲ ਚਾਈਲਡਸ ਵੀ ਨੇ ਔਰ ਦੂਸਰੇ ਉਹ ਬੱਚੇ ਨੇ ਜਿਨ੍ਹਾਂ ਤੇ ਕਈ ਵਾਰੀ ਪੇਰੈਂਟਸ ਦਾ ਕੋਈ ਸਿਰ ਤੇ ਹੱਥ ਨਹੀਂ ਰਹਿੰਦਾ। ਜਿੱਥੇ ਸਮਾਜ ਵਿੱਚ ਸਾਡੀ ਜ਼ਰੂਰਤ ਮਹਿਸੂਸ ਕਰਦੇ ਨੇ ਲੋਕ ਸਾਨੂੰ ਕਾਲ ਕਰਦੇ ਨੇ ਆਲ ਓਵਰ ਪੰਜਾਬ ਤੇ ਸਾਡੀਆਂ ਟੀਮਾਂ ਹੈ ਪੂਰੇ ਪੰਜਾਬ ਦੇ ਵਿੱਚ ਤਾਂ ਉੱਥੇ ਪਹੁੰਚ ਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੋ ਵਾਹਿਗੁਰੂ ਜੀ ਨੇ ਸਾਨੂੰ ਡਿਊਟੀ ਦਿੱਤੀ ਅਸੀਂ ਉਹਨੂੰ ਫੁੱਲਫਿਲ ਕਰ ਸਕੀਏ। ਜਸਵਿੰਦਰ ਜੀ, ਕਦੇ ਇੱਦਾਂ ਨਹੀਂ ਲੱਗਦਾ ਲੋਕਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਚੱਲਿਆ ਕਿ ਸਾਡੇ ਰਾਈਟਸ ਕੀ ਨੇ ਤੇ ਅਸੀਂ ਕਿਸ ਚੀਜ਼ ਦੇ ਵਾਸਤੇ ਐਕਚੁਅਲ ਦੇ ਵਿੱਚ ਲੜਨਾ? ਮੈਂ ਕਈ ਵਾਰੀ ਪਿੰਡਾਂ 'ਚ ਜਾਂਦੀ ਹਾਂ, ਪਿੰਡਾਂ 'ਚ ਜਾ ਕੇ ਦੇਖਦੀ ਹਾਂ ਤੇ ਬੜੇ ਹੀ ਇਨੋਸੈਂਟ ਲੋਕ ਨੇ ਜਿਨ੍ਹਾਂ ਨੂੰ ਆਪਣੇ ਰਾਈਟਸ ਬਾਰੇ ਨਹੀਂ ਪਤਾ, ਚਾਹੇ ਸਾਡੇ ਸਿਹਤ ਸੰਬੰਧੀ ਸਾਡੇ ਜੋ ਰਾਈਟਸ ਨੇ ਜਾਂ ਸਿੱਖਿਆ ਦੇ ਰਾਈਟਸ ਨੇ। ਜੋ ਅੱਜ ਦੇ ਮੌਜੂਦਾ ਹਾਲਾਤ ਨੇ ਉਹਨਾਂ ਵਿੱਚ ਇਸ ਚੀਜ਼ ਦਾ ਵੀ ਫਾਇਦਾ ਚੁੱਕਿਆ ਜਾਂਦਾ ਹੈ ਕਿ ਇੱਕ ਪਲੇ ਕਾਰਡ ਖੇਲਿਆ ਜਾਂਦਾ ਕਿ ਮੈਂ ਲੜਕੀ ਹਾਂ ਜਾਂ ਮੈਂ ਔਰਤ ਹਾਂ, ਤਾਂ ਕਈ ਵਾਰੀ ਮਤਲਬ ਇਹ ਚੀਜ਼ਾਂ ਦੀ ਦਿੱਕਤ ਆਉਂਦੀ। ਲੇਕਿਨ ਮੇਰੀ ਮੈਕਸਿਮਮ ਕੋਸ਼ਿਸ਼ ਇਹ ਹੁੰਦੀ ਹੈ ਕਿ ਅਗਰ ਸਾਡੇ ਰਾਹੀਂ ਕੋਈ ਕੇਸ ਆ ਰਿਹਾ ਅਸੀਂ ਉਹਨੂੰ ਸੌਰਟ ਆਊਟ ਕਰਨਾ ਤੇ ਅਸੀਂ ਉਹ ਰਿਸ਼ਤਾ ਜੋੜੀਏ ਨਾ ਕਿ ਤੋੜੀਏ। ਅੱਜ ਕੱਲ੍ਹ ਦੇ ਨੌਜਵਾਨ ਜਿਹੜੇ ਨੇ ਕਈ ਚੀਜ਼ਾਂ ਨੂੰ ਲੈ ਕੇ ਨਾ ਪ੍ਰਿਪੇਅਰ ਹੀ ਨਹੀਂ ਹੁੰਦੇ ਹੈਗੇ ਤੇ ਮੈਨੂੰ ਲੱਗਦਾ ਕਿ ਇਸੇ ਦੇ ਕਰਕੇ ਸੁਸਾਈਡ ਵੀ ਬਹੁਤ ਵੱਡਾ ਮੁੱਦਾ। ਅੱਜ ਕੱਲ੍ਹ ਸੁਸਾਈਡ ਕੇਸਿਸ ਜਿਹੜੇ ਨੇ ਬਹੁਤ ਸਾਰੇ ਵੱਧਦੇ ਗਏ ਨੇ। ਤਲਾਕ ਦੇ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਐਡਜਸਟਮੈਂਟ ਜਿਹੜਾ ਕੁੜੀਆਂ ਨਹੀਂ ਕਰਦੀਆਂ ਜਾਂ ਫਿਰ ਮੁੰਡੇ ਵਾਲੇ ਪਰਿਵਾਰ ਵਾਲਿਆਂ ਨੂੰ ਨਹੀਂ ਕੀਤਾ ਜਾਂਦਾ, ਤਾਂ ਇਸ ਨੂੰ ਲੈ ਕੇ ਤੁਸੀਂ ਕਿੱਦਾਂ ਮਤਲਬ ਮੁਹਿੰਮ ਛੇੜੀ ਕਿ ਜਿਵੇਂ ਜਿਵੇਂ ਅਸੀਂ ਇੱਕ ਮਾਡਰਨ ਯੁੱਗ ਵੱਲ ਜਾ ਰਹੇ ਹਾਂ ਤਿਵੇਂ ਤਿਵੇਂ ਬੁਰਾਈਆਂ ਵੱਧ ਰਹੀਆਂ ਨੇ ਤੇ ਮਾਡਰਨਿਟੀ ਜਾਂ ਮਾਡਰਨ ਹੋਣਾ ਕੋਈ ਬੁਰਾਈ ਨਹੀਂ ਹੈ। ਠੀਕ ਹੈ, ਸਮੇਂ ਦੇ ਹਿਸਾਬ ਨਾਲ ਸਭ ਕੁਝ ਚੇਂਜ ਹੁੰਦਾ, ਬਟ ਉਸ ਦੇ ਨਾਲ ਨਾਲ ਸਾਨੂੰ ਆਪਣੀ ਜਿਹੜਾ ਸਾਡੀ ਸੰਸਕ੍ਰਿਤੀ ਹੈ, ਜੋ ਸਾਡਾ ਕਲਚਰ ਹੈ, ਉਹਨੂੰ ਆਪਣਾ ਸਾਂਭ ਕੇ ਰੱਖਣਾ ਚਾਹੀਦਾ। ਲੇਕਿਨ ਪ੍ਰੋਬਲਮ ਕੀ ਹੈ ਲੜਕੀ ਨੂੰ ਕਿ ਉਹਨਾਂ ਨੂੰ ਵੈਸਟਰਨ ਡਰੈਸਿਸ ਵੇਅਰ ਕਰਨੀਆਂ। ਕਈ ਵਾਰੀ ਤਲਾਕ ਦੇ ਮੁੱਦੇ ਇੱਥੋਂ ਤੱਕ ਵੀ ਆਏ ਨੇ ਕਿ ਮੇਰੇ ਹਸਬੈਂਡ ਮੈਨੂੰ ਵੈਸਟਰਨ ਡਰੈਸਿਸ ਵੇਅਰ ਨਹੀਂ ਕਰਨ ਦਿੰਦੇ, ਮੇਰਾ ਇਹ ਤਲਾਕ ਦਾ ਇਸ਼ੂ ਹੈ। ਮੈਨੂੰ ਲੱਗਦਾ ਹੈ ਕਿ ਜਿੰਨਾ ਹੀ ਇਸ ਸਮਾਜ ਨੂੰ ਸੁੰਦਰ ਬਣਾਉਣ ਦੇ ਵਿੱਚ ਹੱਥ ਇੱਕ ਔਰਤ ਦਾ ਹੁੰਦਾ, ਇੱਕ ਮਾਂ ਦਾ ਹੁੰਦਾ ਤੇ ਮਾਂ ਦਾ ਫਰਜ਼ ਬਣਦਾ ਹੈ ਕਿ ਚਾਹੇ ਬੇਟਾ ਚਾਹੇ ਬੇਟੀ ਉਹਨਾਂ ਦੋਵਾਂ ਦੀ ਜਿਹੜੀ ਪਰਵਰਿਸ਼ ਬਹੁਤ ਅੱਛੇ ਢੰਗ ਨਾਲ ਹੋਣੀ ਚਾਹੀਦੀ ਹੈ। ਇੱਕ ਮਾਂ ਹੀ ਗੁਰੂ ਹੈ ਜੋ ਉਹਨੂੰ ਸਹੀ ਦਿਸ਼ਾ ਦਿਖਾ ਸਕਦੀ ਹੈ। ਬੇਟੇ ਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਸਮਾਜ ਦੇ ਵਿੱਚ ਹਰ ਔਰਤ ਦੀ ਇੱਜ਼ਤ ਕਰੇ, ਚਾਹੇ ਉਹ ਭੈਣ ਹੈ, ਚਾਹੇ ਮਾਂ ਹੈ, ਚਾਹੇ ਉਹਦੇ ਨਾਲ ਕੰਮਕਾਰੀ ਕੋਈ ਕਲੀਗ ਹੈ, ਚਾਹੇ ਉਹਦੇ ਨਾਲ ਸਕੂਲ ਪੜ੍ਹ ਰਹੀ ਉਹਦੀ ਕੋਈ ਕੋ ਸਾਥੀ ਹੈ। ਤੇ ਸੋ ਬੱਚੇ ਨੂੰ ਜਦੋਂ ਅਸੀਂ ਘਰ ਤੋਂ ਇੱਜ਼ਤ ਕਰਨੀ ਸਿਖਾਉਂਦੇ ਹਾਂ ਤਾਂ ਫਿਰ ਬੱਚਾ ਆਲਵੇਜ਼ ਔਰਤ ਦੀ ਰਿਸਪੈਕਟ ਕਰਦਾ। ਇੱਕ ਹੋਰ ਬਹੁਤ ਵੱਡਾ ਮੁੱਦਾ ਹੈ ਪੰਜਾਬ ਦਾ, ਮੈਨੂੰ ਲੱਗਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ। ਤੁਸੀਂ ਰਾਸ਼ਟਰਪਤੀ ਜੀ ਕੋਲ ਵੀ ਟਾਈਮ ਲਿੱਤਾ, ਉਸ ਉੱਤੇ ਤੁਸੀਂ ਕੀ ਕਹਿਣਾ? ਕੇਜਰੀਵਾਲ ਜੀ ਨੇ ਕਿਹਾ ਕਿ ਪ੍ਰੋਫੈਸਰ ਭੁੱਲਰ ਜੀ ਦੀ ਰਿਹਾਈ ਦੇ ਉੱਤੇ ਗੱਲ ਕੀਤੀ। ਅੱਜ ਉਹਨਾਂ ਦੇ ਟੇਬਲ ਦੇ ਉੱਤੇ ਇੱਕ ਐਪਲੀਕੇਸ਼ਨ ਪਈ ਹੈ, ਸਿਰਫ ਉਹਨਾਂ ਦੀ ਇੱਕ ਸਾਈਨ ਦੀ ਜ਼ਰੂਰਤ ਹੈ ਪ੍ਰੋਫੈਸਰ ਭੁੱਲਰ ਜੀ ਦੀ, ਕਿਉਂਕਿ ਉਹਨਾਂ ਦੀ ਦਿਸ਼ਾ ਹੈ ਕਿ 11 ਸਾਲਾਂ ਤੋਂ ਹਸਪੀਟਲ 'ਚ ਨੇ ਤੇ ਇੱਕ ਬੰਦਾ ਮਾਨਸਿਕ ਬਿਮਾਰ ਹੈ ਤੇ ਤੁਸੀਂ ਖੁਦ ਸੋਚੋ ਕਿ 11 ਸਾਲ ਤੋਂ ਇੱਕ ਬੰਦਾ ਹਸਪੀਟਲ 'ਚੋਂ ਬਾਹਰ ਆ ਕੇ ਐਸਾ ਕਿਹੜਾ ਕੰਮ ਕਰ ਦੇਣਗੇ ਕਿ ਉਹ ਦੇਸ਼ ਦਰੋਹੀ ਹੋ ਜਾਣਗੇ ਜਾਂ ਸਾਡੇ ਸਮਾਜ ਲਈ ਕੋਈ ਬੁਰਾਈ ਕ੍ਰੀਏਟ ਹੋ ਜਾਏਗੀ। ਤੇ ਮੈਂ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਬੰਦੀ ਸਿੰਘ ਜਿਹੜੇ ਉਹ ਵੀਰ ਨੇ ਕਿ ਜਿਨ੍ਹਾਂ ਦਾ ਕੋਈ ਵੀ ਇੱਦਾਂ ਦੀ ਕ੍ਰਾਈਮ ਹਿਸਟਰੀ ਨਹੀਂ ਹੈ ਕਿ ਅਸੀਂ ਫੋਲ ਕੇ ਵੇਖ ਲਈ ਕਿ ਕੋਈ ਕ੍ਰਿਮੀਨਲਸ ਨੇ। ਕੁਝ ਲੋਕ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਜਾਗਦੇ ਜ਼ਮੀਰ। ਇਹ ਵੀਰ ਉਹ ਸੀ ਜਿਨ੍ਹਾਂ ਦੇ ਜ਼ਮੀਰ ਜਾਗਦੇ ਸੀ, ਉਹਨਾਂ ਕੋਲ ਨਹੀਂ ਬਰਦਾਸ਼ਤ ਹੋਇਆ ਭਾਵਨਾਵਾਂ ਵਿੱਚ ਆ ਕੇ ਜੇ ਉਹਨਾਂ ਨੇ ਕੋਈ ਗਲਤ ਕਦਮ ਚੁੱਕ ਲਏ, ਜਿਨ੍ਹਾਂ ਨੂੰ ਕਾਨੂੰਨ ਗਲਤ ਕਦਮ ਕਹਿੰਦਾ ਹੈ, ਜੇ ਚੁੱਕ ਲਏ ਉਹਦੀ ਸਜ਼ਾ ਮਿਲੀ ਹੈ, ਆਪਣੀਆਂ ਸਜ਼ਾ ਭੋਗ ਚੁੱਕੇ ਨੇ। ਹੁਣ ਉਹਨਾਂ ਦੇ ਹਿਊਮਨ ਰਾਈਟਸ ਬਣਦੇ ਹੈ, ਉਹਨਾਂ ਦੇ ਮਨੁੱਖੀ ਅਧਿਕਾਰ ਨੇ ਕਿ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਰਿਹਾਈ ਮਿਲਣੀ ਚਾਹੀਦੀ ਹੈ। ਕਾਂਗਰਸ ਸਰਕਾਰ ਵੱਲੋਂ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੀ ਡੈਥ ਹੋਈ, ਇਹਨੂੰ ਨਹੀਂ ਲੱਗਦਾ ਕਿ ਉੱਥੇ ਪੂਰੀ ਕੌਮ ਦਾ ਕਸੂਰ ਸੀ। ਪੂਰੀ ਸਿੱਖ ਕੌਮ ਨੂੰ ਟਾਰਚਰ ਕੀਤਾ ਗਿਆ, ਛੋਟੇ ਛੋਟੇ ਬੱਚਿਆਂ ਨੂੰ ਟਾਰਚਰ ਕੀਤਾ ਗਿਆ, ਉਹਨਾਂ ਦੇ ਨਾਲ ਲੜਕੀਆਂ ਨੂੰ ਸੜਕਾਂ ਦੇ ਉੱਤੇ ਉਹਨਾਂ ਨਾਲ ਮਿਸਬਿਹੇਵ ਹੋਇਆ। ਮਤਲਬ ਜੋ ਅਸੀਂ ਸਹਿ ਵੀ ਨਹੀਂ ਸਕਦੇ ਜਾਂ ਸੋਚ ਵੀ ਨਹੀਂ ਸਕਦੇ, ਰੂਹ ਕੰਬਦੀ ਹੈ, ਉੱਦਾਂ ਦਾ ਮਾਹੌਲ ਕ੍ਰੀਏਟ ਹੋਇਆ। ਆਜ਼ਾਦੀ ਵੇਲੇ ਅਗਰ 100 ਸਿਰ ਦਿੱਤੇ ਗਏ ਤੇ ਉਹਦੇ ਵਿੱਚ 90 ਸਿਰ ਜਿਹੜੇ ਉਹ ਸਿੱਖਾਂ ਦੇ ਸੀ। ਤੇ ਕਿੱਥੇ ਹੈ ਕਿ ਜਿੱਥੇ ਸਿੱਖ ਕੁਰਬਾਨੀਆਂ ਨਹੀਂ ਦਿੰਦੇ, ਚਾਹੇ ਸਰਹੱਦਾਂ ਤੇ ਕੁਰਬਾਨੀਆਂ ਦੀ ਗੱਲ ਕਰ ਲਈਏ ਜਾਂ ਅਸੀਂ ਪੂਰੇ ਵਰਲਡ ਦੇ ਵਿੱਚ, ਤੁਸੀਂ ਵੀ ਇਸ ਚੀਜ਼ ਨੂੰ ਜਾਣਦੇ ਹੋ ਕਿ ਅਗਰ ਕੋਈ ਭੁੱਖਾ ਹੈ ਤੇ ਉਹਦਾ ਵੀ ਢਿੱਡ ਭਰਨ ਲਈ ਸਭ ਤੋਂ ਪਹਿਲੇ ਸਿੱਖ ਕੌਮ ਅੱਗੇ ਆਂਦੀ। ਕੋਈ ਵਿਪਤਾ ਦੇਸ਼ ਤੇ ਆ ਜੇ ਤਾਂ ਵੀ ਸਿੱਖ ਕੌਮ ਅੱਗੇ ਆਂਦੀ। ਸਾਡੇ ਤੇ ਜਿਹੜੇ 10ਵੇਂ ਗੁਰੂ ਸੀ ਉਹਨਾਂ ਨੇ ਹਿੰਦ ਦੀ ਚਾਦਰ ਲਈ, ਹਿੰਦੁਸਤਾਨ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਤੇ ਜਿਹੜੀਆਂ ਇੱਡੀਆਂ ਸ਼ਹਾਦਤਾਂ, ਇੰਨੀਆਂ ਕੁਰਬਾਨੀਆਂ ਜਿਸ ਕੌਮ ਦੀਆਂ ਹੋਣ
ਤੇ ਉਸ ਕੌਮ ਦੇ ਨਾਲ ਵਿਤਕਰਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਤੇ ਜਸਟਿਸ ਸਾਨੂੰ ਵੀ ਹੈ। ਅਸੀਂ ਚਾਹੁੰਦੇ ਹਾਂ ਕਿ ਮਾਣ ਔਰ ਫਖਰ ਮਹਿਸੂਸ ਹੋਵੇ, ਅਸੀਂ ਕਹਿ ਸਕੀਏ ਕਿ ਵੀ ਆਰ ਅ ਇੰਡੀਅਨ, ਵੀ ਪ੍ਰਾਊਡ ਟੂ ਬੀ ਅ ਇੰਡੀਅਨਸ। ਪਰ ਕਿਵੇਂ ਕਹਿ ਦਈਏ ਜਦ ਸਾਡੀ ਕੌਮ ਦੇ ਨਾਲ ਏਡਾ ਵਿਤਕਰਾ ਹੈ। ਇੱਕ ਪਾਸਿਓਂ ਸਾਨੂੰ ਗਵਰਨਮੈਂਟ ਦਿਖਾਉਂਦੀ ਹੈ ਕਿ ਸਾਨੂੰ ਸਿੱਖਾਂ ਪ੍ਰਤੀ ਬੜਾ ਪਿਆਰ ਹੈ, ਤੁਸੀਂ ਸਾਡੇ ਗੁਰੂਆਂ ਦੇ ਸ਼ਹਾਦਤ ਦਿਵਸ ਮਨਾ ਰਹੇ ਹੋ ਲਾਲ ਕਿਲੇ ਤੇ ਇੱਕ ਪਾਸੇ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਕੰਮ ਆਂਦੀ ਹੈ ਜਾਂ ਗੱਲ ਆਂਦੀ ਹੈ ਤਾਂ ਸਾਰੇ ਚੁੱਪੀ ਸਾਧ ਕੇ ਬੈਠ ਜਾਂਦੇ। ਇਹ ਨਹੀਂ ਹੋਣਾ ਚਾਹੀਦਾ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਸੰਧੀਰ। ਪੰਜਾਬ ਦੇ ਵਿੱਚ ਰਹਿੰਦੇ ਕੁਝ ਅਜਿਹੇ ਮੁੱਦੇ ਹੁੰਦੇ ਨੇ, ਘਰ ਦੇ ਵਿੱਚ ਰਹਿੰਦੇ ਆਪਾਂ ਨੂੰ ਸ਼ਾਇਦ ਨਹੀਂ ਪਤਾ ਲੱਗਦਾ, ਪਰ ਇੱਕ ਔਰਤ ਅੱਜ ਮੇਰੇ ਨਾਲ ਮੌਜੂਦ ਹੈ ਜੋ ਪੰਜਾਬ ਦੇ ਉਹਨਾਂ ਮੁੱਦਿਆਂ ਤੇ ਆਵਾਜ਼ ਬੁਲੰਦ ਕਰ ਰਹੀ ਹੈ ਤੇ ਘਰ ਘਰ ਦੇ ਵਿੱਚ ਜੋ ਪੰਜਾਬੀ ਬੈਠਾ ਉਹਨਾਂ ਨੂੰ ਕਹਿ ਰਿਹਾ ਹੈ ਕਿ ਹੁਣ ਜਾਗ ਜੋ ਪੰਜਾਬੀਓ, ਵਕਤ ਆ ਗਿਆ ਜਾਗਣ ਦਾ। ਸਾਡੇ ਨਾਲ ਨੇ ਜਸਵਿੰਦਰ ਕੌਰ ਤੇ ਉਹਨਾਂ ਦੇ ਵੱਲੋਂ ਇੱਕ NGO ਵੀ ਚਲਾਈ ਜਾ ਰਹੀ ਹੈ, ਉਹਨਾਂ ਦੇ ਨਾਲ ਖਾਸ ਗੱਲਬਾਤ ਕਰਾਂਗੇ। ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਸਾਰੇ ਅਜਿਹੇ ਮੁੱਦੇ ਨੇ ਜੋ ਅੱਜ ਕੱਲ ਪੰਜਾਬੀ ਜਿਹੜੇ ਨੇ ਘਰ ਦੇ ਵਿੱਚ ਰਹਿੰਦੇ ਹੋਏ ਜਾਂ ਫਿਰ ਆਪਣੇ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਭੁੱਲ ਜਾਂਦੇ ਨੇ, ਪਰ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਉੱਤੇ ਚਾਨਣਾ ਪਾਣਾ ਬੇਹੱਦ ਜ਼ਰੂਰੀ ਹੈ। ਪਹਿਲਾਂ ਤਾਂ ਦੱਸੋ ਕਿ ਜਿਹੜੀ ਤੁਹਾਡੀ NGO ਹੈ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੀ ਹੈ ਤੇ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਮਦਦ ਕਰ ਰਹੀ ਹੈ। ਸਾਡਾ ਜਿਹੜਾ NGO ਹੈਲਪਿੰਗ ਹੈਂਡ, ਜਿਸ ਦੇ ਵਿੱਚ ਕਿ ਅਸੀਂ ਮੇਨ ਜੋ ਸਾਡਾ ਮੋਟਿਵ ਹੈ, ਜੋ ਗਰੀਬ ਬੱਚੇ ਉਹਨਾਂ ਦੀ ਐਜੂਕੇਸ਼ਨ ਤੇ ਕੰਮ ਕੀਤਾ ਜਾ ਰਿਹਾ, ਜੋ ਨੀਡੀ ਲੋਕ ਨੇ, ਜਿਹੜੇ ਬੱਚੇ ਕੀ ਫਾਈਨੈਂਸ਼ਲੀ ਕਿਸੇ ਪ੍ਰੋਬਲਮ ਕਰਕੇ ਨਹੀਂ ਪੜ੍ਹ ਪਾਉਂਦੇ, ਉਹਨਾਂ ਨੂੰ ਸਾਡਾ NGO ਸਪੋਰਟ ਕਰ ਰਿਹਾ। ਉਸ ਤੋਂ ਇਲਾਵਾ ਸਾਡੇ NGO ਨੇ ਕੁਝ ਬੱਚੇ ਅਡੋਪਟ ਕੀਤੇ ਹੋਏ ਹੈ ਜਿਨ੍ਹਾਂ ਦੇ ਵਿੱਚ ਸਪੈਸ਼ਲ ਚਾਈਲਡਸ ਵੀ ਨੇ, ਔਰ ਦੂਸਰੇ ਉਹ ਬੱਚੇ ਨੇ ਜਿਨ੍ਹਾਂ ਤੇ ਕਈ ਵਾਰੀ ਪੇਰੈਂਟਸ ਦਾ ਕੋਈ ਸਿਰ 'ਤੇ ਹੱਥ ਨਹੀਂ ਰਹਿੰਦਾ, ਉਹਨਾਂ ਨੂੰ ਫਾਈਨੈਂਸ਼ਲੀ ਸਪੋਰਟ ਸਾਡਾ NGO ਕਰਦਾ। ਉਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਸਰਵਿਸਿਜ਼ ਹੈ, ਲਾਈਕ ਓਲਡ ਏਜ ਹੋਮ ਹੁੰਦੇ ਆ ਜਾਂ ਹੋਰ ਵੀ ਜਿੱਥੇ ਸਮਾਜ ਵਿੱਚ ਸਾਡੀ ਜ਼ਰੂਰਤ ਮਹਿਸੂਸ ਕਰਦੇ ਨੇ ਲੋਕ, ਸਾਨੂੰ ਕਾਲ ਕਰਦੇ ਨੇ ਆਲ ਓਵਰ ਪੰਜਾਬ, ਤੇ ਸਾਡੀਆਂ ਟੀਮਾਂ ਹੈ ਪੂਰੇ ਪੰਜਾਬ ਦੇ ਵਿੱਚ, ਤਾਂ ਉੱਥੇ ਪਹੁੰਚ ਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੋ ਵਾਹਿਗੁਰੂ ਜੀ ਨੇ ਸਾਨੂੰ ਡਿਊਟੀ ਦਿੱਤੀ ਅਸੀਂ ਉਹਨੂੰ ਫੁੱਲਫਿਲ ਕਰ ਸਕੀਏ। ਜਸਵਿੰਦਰ ਜੀ, ਕਦੇ ਇੱਦਾਂ ਨਹੀਂ ਲੱਗਦਾ, ਹੁਣ ਤੁਹਾਨੂੰ ਤਕਰੀਬਨ 15 ਸਾਲ ਹੋ ਗਏ ਨੇ ਜੀ ਇੰਨਾ ਕੰਮ ਕਰਦੇ ਹੋਏ, ਤੇ ਇਹ ਨਹੀਂ ਲੱਗਦਾ ਕਿ ਲੋਕਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਚੱਲਿਆ ਕਿ ਸਾਡੇ ਰਾਈਟਸ ਕੀ ਨੇ ਤੇ ਅਸੀਂ ਕਿਸ ਚੀਜ਼ ਦੇ ਵਾਸਤੇ ਐਕਚੁਅਲ ਦੇ ਵਿੱਚ ਲੜਨਾ? ਐਕਚੁਅਲੀ ਗੱਲ ਇਵੇਂ ਹੈ ਕਿ ਸ਼ਹਿਰਾਂ ਵਿੱਚ ਤਾਂ ਆਪਾਂ ਕਹਿ ਸਕਦੇ ਹਾਂ ਕਿ ਲੋਕ ਐਜੂਕੇਟਿਡ ਹੈ ਤਾਂ ਥੋੜ੍ਹਾ ਬਹੁਤ ਉਹਨਾਂ ਨੂੰ ਆਪਣੇ ਰਾਈਟਸ ਬਾਰੇ ਪਤਾ ਹੁੰਦਾ। ਜਿਵੇਂ ਮੈਂ ਕਈ ਵਾਰੀ ਪਿੰਡਾਂ 'ਚ ਜਾਂਦੀ ਹਾਂ, ਪਿੰਡਾਂ 'ਚ ਜਾ ਕੇ ਦੇਖਦੀ ਹਾਂ ਤੇ ਬੜੇ ਹੀ ਇਨੋਸੈਂਟ ਲੋਕ ਨੇ ਜਿਨ੍ਹਾਂ ਨੂੰ ਆਪਣੇ ਰਾਈਟਸ ਬਾਰੇ ਨਹੀਂ ਪਤਾ, ਚਾਹੇ ਸਾਡੇ ਸਿਹਤ ਸੰਬੰਧੀ ਸਾਡੇ ਜੋ ਰਾਈਟਸ ਨੇ ਜਾਂ ਸਿੱਖਿਆ ਦੇ ਰਾਈਟਸ ਨੇ, ਤੇ ਉਹਨਾਂ ਨੂੰ ਬਹੁਤ ਸਾਰੀਆਂ ਉਹਨਾਂ ਦੀਆਂ ਪ੍ਰੋਬਲਮਸ ਆਉਂਦੀਆਂ। ਕਈ ਸਾਨੂੰ ਸੈਂਟਰਲ ਗਵਰਨਮੈਂਟ ਤੋਂ, ਕਈ ਸੂਬਾ ਗਵਰਨਮੈਂਟ ਤੋਂ ਜਿਹੜੀਆਂ ਸਕੀਮਸ ਆਉਂਦੀਆਂ ਉਹ ਉੱਥੋਂ ਤੱਕ ਹੀ ਸੀਮਿਤ ਰਹਿ ਜਾਂਦੀਆਂ ਤੇ ਕਪਲੇ ਹੋ ਜਾਂਦੇ, ਬਹੁਤ ਕੁਝ ਹੁੰਦਾ। ਤਾਂ ਅਸੀਂ ਇਹ ਵੀ ਇੱਕ ਸ਼ੁਰੂ ਕੀਤਾ ਹੋਇਆ ਕਿ ਅਸੀਂ ਪਿੰਡ ਪਿੰਡ ਜਾ ਕੇ ਅਵੇਅਰਨੈਸ ਹਿਊਮਨਸ ਰਾਈਟਸ ਦਾ ਸੈਮੀਨਾਰ ਅਰੇਂਜ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਦੱਸਿਆ ਜਾਵੇ, ਉਹਨਾਂ ਨੂੰ ਅਵੇਅਰ ਕੀਤਾ ਜਾਵੇ ਕਿ ਤੁਹਾਡੇ ਅਧਿਕਾਰ ਨੇ ਔਰ ਤੁਸੀਂ ਇਹਨਾਂ ਅਧਿਕਾਰਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹੋ। ਤੇ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਮੈਕਸਿਮਮ ਕਿ ਜੋ ਲੜਕੀਆਂ ਹੈ, ਕਈ ਵਾਰੀ ਹੁੰਦਾ ਕਿ ਡੋਮੈਸਟਿਕ ਵਾਇਲੈਂਸ ਆਪਾਂ, ਪਰ ਲੇਕਿਨ ਇਹ ਵੀ ਨਹੀਂ ਕਹਿ ਸਕਦੇ ਕਿ 90% ਸਿਰਫ ਲੜਕੀਆਂ ਹੀ ਆਲਵੇਜ਼ ਸਹੀ ਹੁੰਦੀਆਂ। ਕਈ ਵਾਰੀ ਵੀ ਹੁੰਦਾ ਕਿ ਜੋ ਅੱਜ ਦੇ ਮੌਜੂਦਾ ਹਾਲਾਤ ਨੇ ਉਹਨਾਂ ਵਿੱਚ ਇਸ ਚੀਜ਼ ਦਾ ਵੀ ਫਾਇਦਾ ਚੁੱਕਿਆ ਜਾਂਦਾ ਹੈ ਕਿ ਇੱਕ ਪਲੇ ਕਾਰਡ ਖੇਲਿਆ ਜਾਂਦਾ ਕਿ ਮੈਂ ਲੜਕੀ ਹਾਂ ਜਾਂ ਮੈਂ ਔਰਤ ਹਾਂ, ਤਾਂ ਕਈ ਵਾਰੀ ਮਤਲਬ ਇਹ ਚੀਜ਼ਾਂ ਦੀ ਦਿੱਕਤ ਆਉਂਦੀ। ਲੇਕਿਨ ਮੇਰੀ ਮੈਕਸਿਮਮ ਕੋਸ਼ਿਸ਼ ਇਹ ਹੁੰਦੀ ਹੈ ਕਿ ਅਗਰ ਸਾਡੇ ਰਾਹੀਂ ਕੋਈ ਕੇਸ ਆ ਰਿਹਾ, ਅਸੀਂ ਉਹਨੂੰ ਸੌਰਟ ਆਊਟ ਕਰਨਾ ਤੇ ਅਸੀਂ ਉਹ ਰਿਸ਼ਤਾ ਜੋੜੀਏ ਨਾ ਕਿ ਤੋੜੀਏ। ਰੀਜ਼ਨ ਕੀ ਹੈ ਕਿ ਰਿਸ਼ਤਿਆਂ ਨੂੰ ਸਿਰਫ ਸਮਝਣ ਦੀ ਜ਼ਰੂਰਤ ਹੈ। ਬਹੁਤ ਹੀ ਸੁੰਦਰ ਜ਼ਿੰਦਗੀ ਹੁੰਦੀ, ਰਿਸ਼ਤੇ ਬਹੁਤ ਸੁੰਦਰ ਹੁੰਦੇ ਨੇ, ਸਿਰਫ ਇੱਕ ਇਹ ਪ੍ਰੋਬਲਮ ਆਉਂਦੀ ਕਿ ਜਦੋਂ ਅਸੀਂ ਰਿਸ਼ਤਿਆਂ ਨੂੰ ਸਮਝ ਨਹੀਂ ਪਾਉਂਦੇ ਹਾਂ। ਮੈਂ ਤਾਂ ਇੱਕ ਮੈਸੇਜ ਤੁਹਾਡੇ ਰਾਹੀਂ ਇਹ ਵੀ ਦੇਣਾ ਚਾਹਾਂਗੀ ਕਿਉਂਕਿ ਜੋ ਇਹਨਾਂ ਦਿਨਾਂ 'ਚ ਮੇਰੇ ਕੋਲ ਜੋ ਪ੍ਰੋਬਲਮਸ ਆਉਂਦੀਆਂ ਰਹੀਆਂ ਕਿ ਲੜਕੀਆਂ ਜਿਵੇਂ ਮੈਰਿਡ ਹੁੰਦੀਆਂ ਤਾਂ ਬਹੁਤ ਹੀ ਘੱਟ ਸਮੇਂ ਹੁੰਦਾ ਤਾਂ ਤਲਾਕ ਤੱਕ ਨੌਬਤ ਆ ਜਾਂਦੀ ਹੈ। ਜੋ ਮੈਂ ਮਹਿਸੂਸ ਕੀਤਾ ਹੈ, ਕਿਉਂਕਿ ਮੈਂ ਵੀ ਇੱਕ ਮਦਰ ਹਾਂ, ਮੇਰੀ ਵੀ ਬੇਟੀ ਹੈ, ਜਦੋਂ ਅਸੀਂ ਆਪਣੇ ਬੱਚੇ ਦੀ ਪਰਵਰਿਸ਼ ਕਰਦੇ ਹਾਂ, ਐਡਾ ਵੱਡਾ ਬੱਚੇ ਨੂੰ ਕਰਦੇ ਹਾਂ, ਇੰਨੇ ਸਾਲ ਮਾਂ ਬਾਪ ਨੇ ਆਪਣੀ ਬੇਟੀ ਕੋਲ ਰੱਖੀ ਹੁੰਦੀ ਹੈ। ਆਫਟਰ ਮੈਰਿਜ ਘੱਟ ਤੋਂ ਘੱਟ ਮੈਨੂੰ ਲੱਗਦਾ ਹੈ ਕਿ 1-2 ਸਾਲ ਲੱਗਦੇ ਬੱਚੇ ਨੂੰ ਨਵੇਂ ਮਾਹੌਲ 'ਚ ਐਡਜਸਟ ਹੋਣ ਲੱਗਿਆ। ਪੇਰੈਂਟਸ ਨੂੰ ਉਹਨੂੰ ਬਜਾਏ ਸ਼ੈਲਟਰ ਦੇਣ ਦੇ ਬੱਚੇ ਨੂੰ ਤਾਂ ਥੋੜ੍ਹਾ ਸਮਝਾਉਣਾ ਚਾਹੀਦਾ। ਕਈ ਵਾਰੀ ਹੁੰਦਾ ਕਿ ਕਈ ਘਰ ਦੇ ਵਿੱਚ ਐਡਜਸਟਮੈਂਟ ਥੋੜ੍ਹੀਆਂ ਕਰਨੀਆਂ ਟਫ ਲੱਗਦੀਆਂ, ਬਹੁਤ ਸਾਰੀਆਂ ਗੱਲਾਂ, ਕਿਉਂਕਿ ਅੱਜ ਕੱਲ੍ਹ ਦੀਆਂ ਬੱਚੀਆਂ ਬਹੁਤ ਪੜ੍ਹਦੀਆਂ ਤੇ ਸਮ ਟਾਈਮ ਇੱਦਾਂ ਦੀ ਵੀ ਗੱਲਾਂ ਕੀਤੀਆਂ ਜਾਂਦੀਆਂ ਕਿ ਪੜ੍ਹਾਈ ਦੇ ਵਿੱਚ ਟਾਈਮ ਸਪੈਂਡ ਕੀਤਾ ਜਾਂ ਖਾਣੇ ਵਿੱਚ ਵੀ ਨਹੀਂ, ਬੱਚਿਆਂ ਨੂੰ ਬਹੁਤ ਸਾਰੀਆਂ ਇੱਦਾਂ ਦੀਆਂ ਦਿੱਕਤ ਆਉਂਦੀਆਂ। ਲੇਕਿਨ ਅਗਰ ਅਸੀਂ ਤਰੀਕੇ ਨਾਲ ਹੈਂਡਲ ਕਰੀਏ ਤਾਂ ਸਾਰੀਆਂ ਪ੍ਰੋਬਲਮ ਹੱਲ ਹੋ ਸਕਦੀਆਂ। ਹਰ ਚੀਜ਼ ਦਾ ਜਿਹੜਾ ਇੱਕ ਹੱਲ ਤਲਾਕ ਤੇ ਆ ਕੇ ਖਤਮ ਨਹੀਂ ਹੁੰਦਾ। ਤੇ ਤੁਹਾਡੇ ਕੋਲ ਬਹੁਤ ਅਜਿਹੇ ਮੁੱਦੇ ਆਏ ਬਹੁਤ ਹੋਣਗੇ, ਡੇਲੀ ਬਹੁਤ ਹੀ ਇੱਦਾਂ ਦੇ ਆਉਂਦੇ। ਕਿਹੜਾ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਨਾ ਇਹਨੂੰ ਲੋੜ ਹੈ ਕਿ ਆਪਾਂ
ਘਰ ਤੋਂ ਹੀ ਸ਼ੁਰੂਆਤ ਕਰੀਏ, ਘਰ ਤੋਂ ਹੀ ਬੱਚੇ ਦੀ ਗਾਈਡੈਂਸ ਇਦਾਂ ਦੀ ਕਰੀਏ ਕਿ ਉਹ ਪਹਿਲਾਂ ਤੋਂ ਹੀ ਸ਼ੁਰੂਆਤੀ ਸਮੇਂ ਦੇ ਵਿੱਚ ਹੀ ਤਿਆਰ ਰਵੇ, ਮੈਂਟਲੀ ਪ੍ਰਿਪੇਅਰ ਰਵੇ। ਮੈਨੂੰ ਲੱਗਦਾ ਕਿ ਅੱਜ ਕੱਲ ਦੇ ਨੌਜਵਾਨ ਜਿਹੜੇ ਨੇ ਕਈ ਚੀਜ਼ਾਂ ਨੂੰ ਲੈ ਕੇ ਨਾ ਪ੍ਰਿਪੇਅਰ ਹੀ ਨਹੀਂ ਹੁੰਦੇ ਹੈਗੇ, ਤੇ ਮੈਨੂੰ ਲੱਗਦਾ ਕਿ ਇਸੇ ਦੇ ਕਰਕੇ ਸੁਸਾਈਡ ਵੀ ਬਹੁਤ ਵੱਡਾ ਮੁੱਦਾ। ਅੱਜ ਕੱਲ ਸੁਸਾਈਡ ਕੇਸਿਸ ਜਿਹੜੇ ਨੇ ਬਹੁਤ ਸਾਰੇ ਵੱਧਦੇ ਗਏ ਨੇ। ਤਲਾਕ ਦੇ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਐਡਜਸਟਮੈਂਟ ਜਿਹੜਾ ਕੁੜੀਆਂ ਨਹੀਂ ਕਰਦੀਆਂ ਜਾਂ ਫਿਰ ਮੁੰਡੇ ਵਾਲੇ ਪਰਿਵਾਰ ਵਾਲਾ ਨਹੀਂ ਕੀਤਾ ਜਾਂਦਾ, ਤਾਂ ਇਸ ਨੂੰ ਲੈ ਕੇ ਤੁਸੀਂ ਕਿੱਦਾਂ ਮਤਲਬ ਮੁਹਿੰਮ ਛੇੜੀ ਆ? ਅਸੀਂ ਬਹੁਤ ਜਲਦੀ ਇਹ ਸ਼ੁਰੂ ਕਰਨ ਵਾਲੇ ਹਾਂ। ਅਸੀਂ ਇੱਕ ਮੈਰਿਜ ਕਾਉਂਸਲਿੰਗ ਸ਼ੁਰੂ ਕਰਾਂਗੇ, ਉਹਦੇ ਅਲੱਗ-ਅਲੱਗ ਹਰ ਜਗ੍ਹਾ ਮਤਲਬ ਕੋਈ ਨਾ ਕੋਈ ਇੱਕ ਆਫਿਸ ਬਣਾ ਕੇ ਉਹਦੇ ਜ਼ਰੀਏ ਜੋ ਬੱਚੇ ਪ੍ਰੀ ਜਿਵੇਂ ਮੈਰਿਜ ਕਾਉਂਸਲਿੰਗ ਹੁੰਦੀ ਹੈ, ਬੱਚਿਆਂ ਨੂੰ ਉਸ ਦੇ ਬਾਰੇ ਦੱਸਿਆ ਜਾਏਗਾ ਕਿ ਕਿਵੇਂ ਤੁਸੀਂ ਵਿਆਹ ਦੇ ਵਿੱਚ ਜਦੋਂ ਇੱਕ ਰਿਸ਼ਤੇ 'ਚ ਬੰਨਦੇ ਹੋ ਕਿ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ, ਤੁਸੀਂ ਉਹਨੂੰ ਕਿਵੇਂ ਐਡਜਸਟ ਕਰਨਾ ਹੈ, ਕਾਹਲਿਆਂ ਨਹੀਂ ਪੈਣਾ ਹੈ ਨਾ। ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਮਝਾਈਆਂ ਜਾਣਗੀਆਂ। ਜਿਵੇਂ ਜਿਵੇਂ ਤੁਸੀਂ ਹੁਣ ਗੱਲ ਕੀਤੀ ਹੈ ਕਿ ਘਰ ਤੋਂ ਸ਼ੁਰੂ ਕਰਨਾ ਚਾਹੀਦਾ, ਤੇ ਮੈਨੂੰ ਲੱਗਦਾ ਹੈ ਕਿ ਜਿੰਨਾ ਹੀ ਇਸ ਸਮਾਜ ਨੂੰ ਸੁੰਦਰ ਬਣਾਉਣ ਦੇ ਵਿੱਚ ਹੱਥ ਇੱਕ ਔਰਤ ਦਾ ਹੁੰਦਾ, ਇੱਕ ਮਾਂ ਦਾ ਹੁੰਦਾ, ਤੇ ਮਾਂ ਦਾ ਫਰਜ਼ ਬਣਦਾ ਹੈ ਕਿ ਚਾਹੇ ਬੇਟਾ ਚਾਹੇ ਬੇਟੀ, ਉਹਨਾਂ ਦੋਵਾਂ ਦੀ ਜਿਹੜੀ ਪਰਵਰਿਸ਼ ਬਹੁਤ ਅੱਛੇ ਢੰਗ ਨਾਲ ਹੋਣੀ ਚਾਹੀਦੀ ਹੈ। ਬੇਟੇ ਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਸਮਾਜ ਦੇ ਵਿੱਚ ਹਰ ਔਰਤ ਦੀ ਇੱਜ਼ਤ ਕਰੇ, ਚਾਹੇ ਉਹ ਭੈਣ ਹੈ, ਚਾਹੇ ਮਾਂ ਹੈ, ਚਾਹੇ ਉਹਦੇ ਨਾਲ ਕੰਮਕਾਰੀ ਕੋਈ ਕਲੀਗ ਹੈ, ਚਾਹੇ ਉਹਦੇ ਨਾਲ ਸਕੂਲ ਪੜ੍ਹ ਰਹੀ ਉਹਦੀ ਕੋਈ ਕੋ ਸਾਥੀ ਹੈ। ਤੇ ਸੋ ਬੱਚੇ ਨੂੰ ਜਦੋਂ ਅਸੀਂ ਘਰ ਤੋਂ ਇੱਜ਼ਤ ਕਰਨੀ ਸਿਖਾਉਂਦੇ ਹਾਂ ਤਾਂ ਫਿਰ ਬੱਚਾ ਆਲਵੇਜ਼ ਔਰਤ ਦੀ ਰਿਸਪੈਕਟ ਕਰਦਾ। ਬੇਟੀਆਂ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ ਠੀਕ ਹੈ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ, ਲੇਕਿਨ ਉਹਨਾਂ ਨੂੰ ਆਲਰਾਊਂਡਰ ਹੋਣਾ ਚਾਹੀਦਾ। ਬੇਟੀਆਂ ਨੂੰ ਮਾਂ ਦਾ ਫਰਜ਼ ਬਣਦਾ ਹੈ ਕਿ ਖਾਣਾ, ਔਰ ਕਈ ਜਗ੍ਹਾ ਸਾਨੂੰ ਇੱਦਾਂ ਦੀ ਦਿੱਕਤ ਆਉਂਦੀਆਂ, ਤੇ ਬੱਚੇ ਦੀ ਜਿਹੜੀ ਪਰਵਰਿਸ਼ ਉਸ ਮਾਂ ਦੇ ਹੱਥ 'ਚ ਹੀ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਇੱਕ ਮਾਂ ਹੀ ਗੁਰੂ ਹੈ ਜੋ ਉਹਨੂੰ ਸਹੀ ਦਿਸ਼ਾ ਦਿਖਾ ਸਕਦੀ ਹੈ। ਤੇ ਹੁਣ ਅੱਜ ਦਾ ਜੋ ਮਾਹੌਲ ਹੈ ਕਿ ਮੋਸਟਲੀ ਲੇਡੀਜ਼ ਜਿਹੜੀਆਂ ਵਰਕਿੰਗ ਨੇ, ਬੱਚਿਆਂ 'ਤੇ ਅਸੀਂ ਇੰਨੀ ਅਟੈਂਸ਼ਨ ਨਹੀਂ ਦੇ ਪਾਉਂਦੇ, ਬੱਚੇ ਘਰ 'ਚ ਇਕੱਲੇ ਰਹਿ ਜਾਂਦੇ ਨੇ ਮੋਬਾਈਲ ਦੇ ਨਾਲ ਜਾਂ ਆਪਣੇ ਹੋਰ ਜਿਹੜੇ ਗੈਜਟਸ ਨੇ ਉਹਨਾਂ 'ਚ ਬਿਜ਼ੀ ਨੇ। ਤੇ ਜੋ ਮਾਂ ਦਾ ਫਰਜ਼ ਬਣਦਾ ਕਿ ਜੋ ਮਾਂ ਦੇ ਜਿੰਨੀ ਡਿਊਟੀ ਹੈ ਉਹਨੂੰ ਪੂਰੀਆਂ ਕਰਨ, ਬੱਚਿਆਂ 'ਤੇ ਬਕਾਇਦਾ ਟਾਈਮ ਦਿੱਤਾ ਜਾਵੇ। ਬਹੁਤ ਸਾਰੀਆਂ ਇੱਦਾਂ ਦੀਆਂ ਬੁਰਾਈਆਂ ਹੈ ਜਿਨ੍ਹਾਂ ਨੂੰ ਨਾ ਇੰਪਰੂਵ ਕਰਨ ਦੀ ਲੋੜ ਹੈ, ਜੋ ਮੈਨੂੰ ਅੱਜ ਦੇ ਮਾਹੌਲ 'ਚ ਲੱਗ ਰਿਹਾ ਹੈ ਕਿ ਜਿਵੇਂ ਜਿਵੇਂ ਅਸੀਂ ਇੱਕ ਮਾਡਰਨ ਯੁੱਗ ਵੱਲ ਜਾ ਰਹੇ ਹਾਂ, ਤਿਵੇਂ ਤਿਵੇਂ ਬੁਰਾਈਆਂ ਵੱਧ ਰਹੀਆਂ ਨੇ। ਤੇ ਮਾਡਰਨਿਟੀ ਜਾਂ ਮਾਡਰਨ ਹੋਣਾ ਕੋਈ ਬੁਰਾਈ ਨਹੀਂ ਹੈ, ਠੀਕ ਹੈ, ਸਮੇਂ ਦੇ ਹਿਸਾਬ ਨਾਲ ਸਭ ਕੁਝ ਚੇਂਜ ਹੁੰਦਾ, ਬਟ ਉਸ ਦੇ ਨਾਲ ਨਾਲ ਸਾਨੂੰ ਆਪਣੀ ਜਿਹੜਾ ਸਾਡੀ ਸੰਸਕ੍ਰਿਤੀ ਹੈ, ਜੋ ਸਾਡਾ ਕਲਚਰ ਹੈ, ਉਹਨੂੰ ਆਪਣਾ ਸਾਂਭ ਕੇ ਰੱਖਣਾ ਚਾਹੀਦਾ। ਸਾਡਾ ਵਿਰਸਾ ਬੜਾ ਪਿਆਰਾ ਹੈ, ਬੜਾ ਮਜ਼ਬੂਤ ਹੈ ਪੰਜਾਬ ਦਾ ਵਿਰਸਾ। ਨਹੀਂ ਜਸਵਿੰਦਰ ਸਿੰਘ ਜੀ, ਜਦੋਂ ਤੁਹਾਡੇ ਕੋਲ ਇਹੋ ਜਿਹੇ ਕੇਸ ਆਉਂਦੇ ਹੋਣਗੇ ਤਾਂ ਕੋਈ ਇਹੋ ਜਿਹਾ ਕੇਸ ਹੋਇਆ ਜਿਹੜਾ ਤੁਹਾਨੂੰ ਲੱਗੇ ਹੋਏ ਕਿ ਹੁਣ ਤਾਂ ਵੀ ਹੱਦ ਹੋ ਗਈ ਹੈ, ਹੱਦ ਤੋਂ ਵੱਧ ਹੋ ਗਈ ਹੈ, ਕਿ ਐਦਾਂ ਕੋਈ ਕਿਸੇ ਦੇ ਨਾਲ ਕਿਵੇਂ ਕਰ ਸਕਦਾ? ਬਹੁਤ ਸਾਰੇ ਤਾਂ ਡੇਲੀ ਦੇ ਕੇਸਿਸ ਇੱਦਾਂ ਦੇ ਹੈ, ਬਟ ਲੇਕਿਨ ਸਾਡੀ ਮੈਕਸਿਮਮ ਕੋਸ਼ਿਸ਼, ਮੈਂ ਜਿਵੇਂ ਵੀ ਤੁਹਾਨੂੰ ਅੱਗੇ ਕਿਹਾ ਹੈ ਕਿ ਮੈਨੂੰ ਉਹ ਚੀਜ਼ ਦੀ ਖੁਸ਼ੀ ਮਿਲਦੀ ਹੈ ਕਿ ਜਦੋਂ ਆਪਾਂ ਰਿਸ਼ਤਿਆਂ ਨੂੰ ਦੁਬਾਰਾ ਜੋੜ ਦਿੰਦੇ ਹਾਂ, ਟੁੱਟਣੇ ਨਹੀਂ ਚਾਹੀਦੇ, ਬੜੇ ਪਿਆਰੇ ਰਿਸ਼ਤੇ ਨੇ। ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕੱਲ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ, ਤੁਸੀਂ ਸ਼ਾਇਦ ਦੇਖੀ ਹੋਵੇ, ਜਿਹਦੇ ਵਿੱਚ ਇੱਕ ਪਤੀ ਦੇ ਵੱਲੋਂ ਨਾ ਆਪਣੀ ਪਤਨੀ ਨੂੰ ਬਹੁਤ ਕੁੱਟਿਆ ਮਾਰਿਆ ਜਾ ਰਿਹਾ ਸੀਗਾ। ਤੇ ਅੱਜ ਕੱਲ ਘਰਾਂ ਦੇ ਵਿੱਚ ਮੈਨੂੰ ਲੱਗਦਾ ਕਈ ਵਾਰ ਔਰਤਾਂ ਆਪ ਵੀ ਨਹੀਂ ਆਵਾਜ਼ ਚੁੱਕਦੀਆਂ, ਤੇ ਕਈ ਵਾਰ ਸਹਿੰਦੀਆਂ ਰਹਿੰਦੀਆਂ ਨੇ, ਘਰ ਦੇ ਵਿੱਚ ਰਹਿੰਦੇ ਹੋਏ ਮਾਰ ਸਹਿੰਦੀਆਂ ਰਹਿੰਦੀਆਂ ਨੇ, ਕੁੱਟਮਾਰ ਸਹਿੰਦੀਆਂ ਰਹਿੰਦੀਆਂ ਨੇ। ਤਾਂ ਉਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ 50% ਇੱਦਾਂ ਹੁੰਦਾ ਹੈ ਕਿ ਰਾਈਟ ਹੁੰਦੀਆਂ ਕਈ ਜਗ੍ਹਾ ਲੇਡੀਜ਼, ਤੇ ਜਦੋਂ ਆਪਾਂ ਆਮੋ ਸਾਹਮਣੇ ਬੈਠ ਕੇ ਕਈ ਵਾਰੀ ਇੱਦਾਂ ਦੀਆਂ ਚੀਜ਼ਾਂ ਨੂੰ ਫੇਸ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਕੁਝ ਗਲਤੀਆਂ ਦੋਨੋਂ ਸਾਈਡਸ ਤੋਂ ਹੁੰਦੀਆਂ। ਤੇ ਉਹਦੇ ਵਿੱਚ ਸਿਰਫ ਉੱਥੇ ਹੀ ਗੱਲ ਆ ਜਾਂਦੀ ਹੈ ਕਿ ਰਿਸ਼ਤਿਆਂ ਨੂੰ ਸਮਝਣ ਦੀ ਲੋੜ ਹੈ, ਕਿਉਂਕਿ ਮੈਂ ਇੱਕ ਦੋ ਕੇਸਿਸ ਇੱਦਾਂ ਦੇ ਵੀ ਦੇਖੇ, ਜਿਵੇਂ ਹੁਣੇ ਤੁਹਾਨੂੰ ਦੱਸ ਰਹੀ ਹਾਂ ਕਿ ਮਾਡਰਨ ਹੋਣਾ ਕੋਈ ਗੁਨਾਹ ਨਹੀਂ ਹੈ, ਮਾਡਰਨ ਹੋਣਾ ਕੋਈ ਬੁਰਾਈ ਨਹੀਂ ਹੈ, ਬਟ ਕਈ ਵਾਰੀ ਇਵੇਂ ਹੁੰਦਾ ਕਿ ਸਪੋਜ਼ ਕਿ ਤੁਹਾਡੇ ਹਸਬੈਂਡ ਫੋਰ ਐਗਜ਼ਾਮਪਲ ਕਿ ਤੁਹਾਡੇ ਨਾਲ ਬਹੁਤ ਅੱਛੇ ਨੇ, ਬਹੁਤ ਵਧੀਆ ਚੱਲ ਰਿਹਾ ਤੁਹਾਡਾ, ਹੈ ਨਾ, ਵਧੀਆ ਗੁੱਡ ਫੈਮਿਲੀ ਐਂਡ ਆਲ, ਲੇਕਿਨ ਪ੍ਰੋਬਲਮ ਕੀ ਹੈ ਲੜਕੀ ਨੂੰ ਕਿ ਉਹਨਾਂ ਨੂੰ ਵੈਸਟਰਨ ਡਰੈਸਿਸ ਵੇਅਰ ਕਰਨੀਆਂ। ਕਈ ਵਾਰੀ ਤਲਾਕ ਦੇ ਮੁੱਦੇ ਇੱਥੋਂ ਤੱਕ ਵੀ ਆਏ ਨੇ ਕਿ ਮੇਰੇ ਹਸਬੈਂਡ ਮੈਨੂੰ ਵੈਸਟਰਨ ਡਰੈਸਿਸ ਵੇਅਰ ਨਹੀਂ ਕਰਨ ਦਿੰਦੇ, ਮੇਰਾ ਇਹ ਤਲਾਕ ਦਾ ਇਸ਼ੂ ਹੈ। ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਐਸੀ ਗੱਲ ਹੁੰਦੀ ਹੈ। ਅਸੀਂ ਬੱਚਿਆਂ ਨੂੰ ਇਹ ਸਮਝਾਈਦਾ ਹੈ ਕਿ ਇਹ ਤਾਂ ਕੋਈ ਏਡੀ ਗੱਲ ਨਹੀਂ ਹੈਗੀ ਕਿ ਤੁਸੀਂ ਤਲਾਕ ਤੱਕ ਆ ਜਾਓ, ਤੁਹਾਡੇ ਹਸਬੈਂਡ ਨਹੀਂ ਲਾਈਕ ਕਰਦੇ, ਤੁਸੀਂ ਪਿਆਰ ਨਾਲ ਸਮਝੌਤਾ ਕਰ ਸਕਦੇ ਹੋ, ਜਾਂ ਫਿਰ ਤੁਸੀਂ ਆਊਟ ਆਫ ਸਿਟੀ, ਆਊਟ ਆਫ ਕੰਟਰੀ, ਜਿੱਥੇ ਉਹ ਲਾਈਕ ਕਰਦੇ ਤੁਸੀਂ ਉੱਥੇ ਵੇਅਰ ਕਰ ਸਕਦੇ ਹੋ। ਤੇ ਫਿਰ ਇਹ ਐਡਜਸਟਮੈਂਟ ਹੈ। ਆਪਾਂ ਇਹਨੂੰ ਇਹੀ ਕਹਾਂਗੇ, ਅਗਰ ਅਸੀਂ ਰਿਸ਼ਤਿਆਂ 'ਚ ਵੱਜਦੇ ਹਾਂ ਤੇ ਐਡਜਸਟਮੈਂਟ ਹੈ, ਥੋੜੀ ਉਧਰੋਂ ਹੋਵੇ ਥੋੜੀ ਇੱਧਰੋਂ ਹੋਵੇ। ਹਾਂ, ਜੇ ਅਗਰ ਤੁਹਾਡੇ ਤੇ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਉਹ ਸਹਿਣਾ ਗਲਤ ਹੈ, ਕਿ ਅਗਰ ਅਨਨੈਸੈਸਰੀ ਤੁਸੀਂ ਕੋਈ ਤੁਹਾਨੂੰ ਤੰਗ ਕਰ ਰਿਹਾ ਹੈ, ਗਾਲੀ ਗਲੋਚ ਕਰ ਰਿਹਾ ਹੈ, ਮਾਰਪਿਟ ਕਰ ਰਿਹਾ, ਤੇ ਉਹਦੇ ਲਈ ਆਪਣੀ ਆਵਾਜ਼ ਬਿਲਕੁਲ ਬੁਲੰਦ ਕਰਨੀ ਚਾਹੀਦੀ ਹੈ। ਕਿਸੇ ਦੀ ਮਾਰ ਸਹਿਣੀ ਜਾਂ ਗਾਲਾਂ ਸਹਿਣੀਆਂ ਮੈਨੂੰ ਨਹੀਂ ਲੱਗਦਾ ਕਿ ਇਹ ਜਾਇਜ਼ ਹੈ। ਲੜਕੀਆਂ ਨੂੰ ਬਿਲਕੁਲ ਅੱਗੇ ਆਉਣਾ ਚਾਹੀਦਾ ਹੈ। ਕਾਫੀ ਹੁਣ ਟਾਈਮ ਬਦਲ ਚੁੱਕਾ ਹੈ, ਮਾਹੌਲ ਬਦਲ ਚੁੱਕਾ ਹੈ, ਔਰ ਲੜਕੀਆਂ ਲਈ ਬਹੁਤ ਸਾਰੇ ਇੱਦਾਂ ਦੇ ਕਾਨੂੰਨੀ ਅਧਿਕਾਰ ਬਣ ਚੁੱਕੇ ਨੇ ਜਿਨ੍ਹਾਂ ਰਾਹੀਂ ਉਹ ਆਪਣਾ ਅਧਿਕਾਰ ਲੈ ਸਕਦੀਆਂ ਨੇ। ਤੇ ਇੱਕ ਹੋਰ ਬਹੁਤ ਵੱਡੀ ਸਾਡੇ ਸਮਾਜ ਦੀ ਇੱਕ ਕ੍ਰਿਤੀ ਆ
ਕਿ ਘਰ ਦੇ ਵਿੱਚ ਰਹਿੰਦੇ ਹੋਏ ਜਦੋਂ ਕੰਮਕਾਰ ਜ਼ਿਆਦਾ ਵੱਧ ਜਾਂਦਾ ਅੱਜ ਕੱਲ ਦੇ ਬੱਚਿਆਂ ਦੇ ਸਿਰ ਦੇ ਉੱਤੇ, ਤਾਂ ਉਹ ਕੀ ਕਰਦੇ ਨੇ ਕਿ 올ਡ ਏਜ ਹੋਮ ਦੇ ਵਿੱਚ ਆਪਣੇ ਪੇਰੈਂਟਸ ਨੂੰ ਜਾ ਕੇ ਛੱਡ ਆਉਂਦੇ ਨੇ ਤੇ ਉੱਥੇ ਬਿਲਕੁਲ ਜਾ ਸਹੀ। ਕੇ ਉਹ ਰੋਂਦੇ ਨੇ, ਫੋਨ ਕਰਦੇ ਨੇ, ਉਹ ਤਾਂ ਵੀ ਆ ਕੇ ਨਹੀਂ ਉਹਨਾਂ ਨੂੰ ਲੈ ਕੇ ਜਾਂਦੇ ਹੈਗੇ। ਮੈਂ ਸ਼ਿਖਾ ਜੀ, ਮੈਂ ਨਾ 올ਡ ਏਜ ਹੋਮ ਵੀ ਸਾਡੇ ਐਨਜੀਓ ਨੇ ਮਤਲਬ ਅਡਾਪਟ ਕੀਤੇ ਹੋਏ, ਅਸੀਂ ਜਾਂਦੇ ਹਾਂ ਬਜ਼ੁਰਗਾਂ ਦੀ ਸੇਵਾ। ਚਲੋ ਅਸੀਂ ਤੇ ਬੜਾ ਗੁਰੂ ਮਹਾਰਾਜ ਜੀ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਉਹਨਾਂ ਨੇ ਇਹ ਸੇਵਾ ਬਖਸ਼ੀ ਹੋਈ ਹੈ। ਮੈਂ ਉੱਥੇ ਜਾ ਕੇ 올ਡ ਏਜ ਹੋਮ 'ਚ ਦੇਖਿਆ ਕਿ ਇੰਨੀਆਂ ਅੱਛੀਆਂ ਫੈਮਲੀਜ਼ ਹੈ, ਮੈਂ ਹੁਣ ਨਾਮ ਨਹੀਂ ਮੈਂਸ਼ਨ ਕਰਾਂਗੀ ਕਿਉਂਕਿ ਅਸੀਂ ਚੈਨਲ ਤੇ ਬੈਠੇ ਹਾਂ। ਉਸ ਫੈਮਲੀਜ਼ ਦੇ ਬੱਚਿਆਂ ਨੇ ਆਪਣੇ ਬਜ਼ੁਰਗਾਂ ਨੂੰ ਉੱਥੇ ਛੱਡਿਆ ਹੋਇਆ ਕਿ ਲਾਈਕ ਤੁਸੀਂ ਇਹ ਮੰਨੋ ਕਿ ਕੋਈ ਕਰਨਲ ਰਿਟਾਇਰਡ, ਕੋਈ ਇੰਨੀਆਂ ਅੱਛੀਆਂ ਪੋਸਟ ਤੋਂ ਰਿਟਾਇਰਡ ਨੇ ਜਿਹੜੇ ਲੋਕ ਉੱਥੇ ਬੈਠੇ ਹੋਏ ਨੇ। ਕਈ ਬੱਚੇ ਇਦਾਂ ਦੇ ਨੇ ਜਿਹੜੇ ਉੱਥੇ ਮੰਥਲੀ ਜਿਹੜਾ ਖਰਚਾ ਦੇ ਰਹੇ ਨੇ ਪਰ ਆਪਣੇ ਪੇਰੈਂਟਸ ਉੱਥੇ ਛੱਡ ਦਿੱਤੇ ਆ। ਹੁਣ ਅਸੀਂ ਜਾਂਦੇ ਹਾਂ ਬੜੇ ਸਾਰੇ, ਜਿਵੇਂ ਕੋਈ ਦਿਨ ਤਿਉਹਾਰ ਤੇ ਉਹਨਾਂ ਨੂੰ ਮਿਲ ਰਹੇ ਆ ਜਾਂ ਪਿਆਰ ਕਰਦੇ ਹਾਂ ਕੁਝ ਵੀ, ਤੇ ਲੇਕਿਨ ਉਹਨਾਂ ਦੇ ਅੱਖਾਂ ਵਿੱਚ ਨਾ ਹੰਝੂ ਹੁੰਦੇ ਆ। ਪੁੱਛਣ ਤੇ ਉਹ ਕਹਿੰਦੇ ਕਿ ਸਾਨੂੰ ਬਹੁਤ ਖੁਸ਼ੀ ਹੈ ਤੁਸੀਂ ਆਉਂਦੇ ਹੋ, ਸਾਨੂੰ ਪਿਆਰ ਕਰਦੇ ਹੋ, ਪਰ ਸਾਨੂੰ ਇੱਕ ਚੀਜ਼ ਬੜੀ ਫੀਲ ਹੁੰਦੀ ਹੈ ਕਿ ਜਦ, ਕਿਉਂਕਿ ਉਹ ਏਜ ਦੇ ਵਿੱਚ ਅਸੀਂ ਮਤਲਬ ਇੱਕ ਬਹੁਤ ਓਵਰ ਪੈਂਪਰਿੰਗ ਭਾਲਦੇ ਹਾਂ, ਕਿਉਂਕਿ ਜਿਵੇਂ ਇੱਕ ਬੱਚੇ ਇੱਕ ਬਜ਼ੁਰਗ ਸੇਮ ਹੋ ਜਾਂਦੇ ਆ। ਸਾਨੂੰ ਲੱਗਦਾ ਕਿ ਉਹ ਰਿਸ਼ਤਿਆਂ ਦਾ ਜਿਹੜਾ ਨਿੱਘ ਹੈ ਸਾਨੂੰ ਮਿਲਣਾ ਚਾਹੀਦਾ ਹੈ, ਪੋਤਰੇ ਪੋਤਰੀਆਂ ਹੈ ਨਾ, ਤੇ ਤੁਹਾਡੀ ਸਾਰੀ ਫੈਮਿਲੀ ਤੁਹਾਡੇ ਕੋਲ ਹੋਵੇ, ਤੇ ਉਹ ਵਿਚਾਰੇ ਇਕੱਲੇ ਰਹਿ ਜਾਂਦੇ ਆ। ਇੱਕ ਪਾਰਕ ਹੈ, ਉਹਦੇ 'ਚ ਤੁਸੀਂ ਸ਼ਾਮ ਨੂੰ ਬੈਠ ਗਏ, 4 ਬਜ਼ੁਰਗ ਬੈਠ ਗਏ, ਉਹ ਗੱਲ ਕਰ ਲਈ, ਉਸ ਚੀਜ਼ ਤੋਂ ਵਾਂਝੇ ਰਹਿ ਜਾਂਦੇ। ਮੈਨੂੰ ਲੱਗਦਾ ਕਿ ਅੱਜ ਦੇ ਬੱਚਿਆਂ ਨੂੰ ਇਹ ਸਮਝਣ ਦੀ ਬਹੁਤ ਜ਼ਰੂਰਤ ਹੈ ਕਿ ਕੱਲ੍ਹ ਨੂੰ ਇਹ ਚੀਜ਼ ਰਿਪੀਟ ਹੋਣੀ ਆ, ਉਹਨਾਂ ਨੇ ਵੀ ਬਜ਼ੁਰਗ ਹੋਣਾ ਹੈ। ਤੇ ਪੇਰੈਂਟਸ ਤੋਂ ਵੱਧ ਕੇ ਦੁਨੀਆ ਵਿੱਚ ਮੈਨੂੰ ਨਹੀਂ ਲੱਗਦਾ ਕਿ ਸੱਚਾ ਰਿਸ਼ਤਾ ਕੋਈ ਹੈ। ਮਾਂ-ਬਾਪ ਹੀ ਇੱਕ ਐਸੀ ਸ਼ਖਸੀਅਤ ਹੈ ਕਿ ਰੱਬ ਤੋਂ ਬਾਅਦ ਉਹਨਾਂ ਨੂੰ ਦੂਜਾ ਦਰਜਾ ਦਿੱਤਾ ਗਿਆ ਹੈ, ਕਿਉਂਕਿ ਉਹਨਾਂ ਤੋਂ ਜ਼ਿਆਦਾ ਤੁਹਾਡਾ ਕੋਈ ਵੈਲਵਿਸ਼ਰ ਨਹੀਂ ਹੁੰਦਾ। ਕਦੀ ਵੀ ਉਹ ਆਪਣੇ ਬੱਚੇ ਦੇ ਬਾਰੇ ਬੁਰਾ ਨਹੀਂ ਸੋਚ ਸਕਦੇ। ਔਰ ਜਿਹੜੀਆਂ ਲੜਕੀਆਂ ਆ ਕੇ ਅਗਰ ਇੱਦਾਂ ਦਾ ਘਰ ਦੇ ਵਿੱਚ ਮਾਹੌਲ ਕ੍ਰੀਏਟ ਕਰਦੀਆਂ ਕਿ ਜਿਹਦੇ ਕਰਕੇ ਪੇਰੈਂਟਸ ਬਾਹਰ ਜਾਣੇ ਪੈਣ, ਤਾਂ ਮੈਂ ਉਹਨਾਂ ਨੂੰ ਵੀ ਇਹ ਮੈਸੇਜ ਦੇਣਾ ਚਾਹਾਂਗੀ ਕਿ ਬਿਲਕੁਲ ਨਹੀਂ ਕਰਨਾ ਚਾਹੀਦਾ। ਕਿਉਂਕਿ ਜਦੋਂ ਅਸੀਂ ਪੇਰੈਂਟਸ ਬਣਦੇ ਹਾਂ ਸਾਨੂੰ ਉਦੋਂ ਇਹ ਦਰਦ ਮਹਿਸੂਸ ਹੁੰਦਾ ਹੈ ਕਿ ਬੱਚੇ ਕਿੰਨੇ ਵੈਲਿਊਬਲ ਹੁੰਦੇ ਆ ਪੇਰੈਂਟਸ ਲਈ, ਉਹਨਾਂ ਦਾ ਪਿਆਰ ਕਿੰਨਾ ਇੰਪੋਰਟੈਂਸ ਹੈ ਪੇਰੈਂਟਸ ਦੇ ਲਈ। ਸੋ ਇਹ ਜਿਹੜਾ ਟ੍ਰੈਂਡ ਨਵਾਂ ਚੱਲ ਗਿਆ ਇਹਨੂੰ ਰੋਕਣਾ ਚਾਹੀਦਾ, ਇਹ ਹੋਣਾ ਨਹੀਂ ਚਾਹੀਦਾ, ਕਿਉਂਕਿ ਇਹ ਸਮਾਜ ਦੀ ਬੜੀ ਵੱਡੀ ਬੁਰਾਈ ਹੈ। ਮੈਂ ਤਾਂ ਬਜ਼ੁਰਗਾਂ ਨੂੰ ਖੁਦ ਰੋਂਦੇ ਦੇਖਿਆ ਹੈ, ਉਹਨਾਂ ਦਾ ਜੋ ਦਰਦ ਉਹਨੂੰ ਮਹਿਸੂਸ ਕਰਦੇ ਹੋਏ ਦੇਖਿਆ ਹੋਇਆ ਹੈ। ਜਸਵਿੰਦਰ ਕੌਰ ਜੀ, ਤੁਸੀਂ ਇੱਕ ਹੋਰ ਬਹੁਤ ਵੱਡਾ ਮੁੱਦਾ ਹੈ ਪੰਜਾਬ ਦਾ, ਮੈਨੂੰ ਲੱਗਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ। ਤੁਸੀਂ ਰਾਸ਼ਟਰਪਤੀ ਜੀ ਕੋਲ ਵੀ ਟਾਈਮ ਲਿੱਤਾ, ਉਸ ਉੱਤੇ ਤੁਸੀਂ ਕੀ ਕਹਿਣਾ? ਦੇਖੋ, ਬੰਦੀ ਸਿੰਘਾਂ ਦੀ ਅਸੀਂ ਅੱਜ ਗੱਲ ਕਰੀਏ ਤਾਂ ਸ਼ਿਖਾ ਜੀ, ਬੰਦੀ ਸਿੰਘਾਂ ਦਾ ਜੋ ਮਸਲਾ ਹੈ ਨਾ ਹੀ ਉਹ ਰਾਜਨੀਤਿਕ ਮਸਲਾ ਹੈ ਤੇ ਨਾ ਹੀ ਅਸੀਂ ਕਹੀਏ ਕਿ ਕਿਸੇ ਹੋਰ ਉਹਦੇ ਵਿੱਚ ਅਸੀਂ ਉਹਨੂੰ ਇਨਵੋਲਵ ਕਰ ਸਕਦੇ ਹਾਂ। ਇਹ ਇੱਕ ਮਨੁੱਖੀ ਅਧਿਕਾਰਾਂ ਦਾ ਮਸਲਾ ਹੈ। ਹਰ ਰਾਜਨੀਤਿਕ ਪਾਰਟੀ ਦੇ ਵੱਲੋਂ ਆਪਣੇ ਵੱਲੋਂ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਅਸੀਂ ਉਹਨਾਂ ਦੀ ਰਿਹਾਈ ਜਿਹੜੀ ਹੈ ਛੇਤੀ ਤੋਂ ਛੇਤੀ ਕਰਾਂਗੇ। ਹਰ ਇਲੈਕਸ਼ਨਸ ਤੋਂ ਪਹਿਲਾਂ ਜ਼ਰੂਰ ਇਹ ਗੱਲ ਕਹੀ ਜਾਂਦੀ ਹੈ। ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ। ਇਹ ਹੋਇਆ ਹੈ ਕਿ ਕੇਜਰੀਵਾਲ ਜੀ ਨੇ ਕਿਹਾ ਕਿ ਪ੍ਰੋਫੈਸਰ ਭੁੱਲਰ ਜੀ ਦੀ ਰਿਹਾਈ ਦੇ ਉੱਤੇ ਗੱਲ ਕੀਤੀ। ਅੱਜ ਉਹਨਾਂ ਦੇ ਟੇਬਲ ਦੇ ਉੱਤੇ ਇੱਕ ਐਪਲੀਕੇਸ਼ਨ ਪਈ ਹੈ, ਸਿਰਫ ਉਹਨਾਂ ਦੇ ਇੱਕ ਸਾਈਨ ਦੀ ਜ਼ਰੂਰਤ ਹੈ ਪ੍ਰੋਫੈਸਰ ਭੁੱਲਰ ਜੀ ਦੀ, ਕਿਉਂਕਿ ਉਹਨਾਂ ਦੀ ਦਿਸ਼ਾ ਹੈ ਕਿ 11 ਸਾਲਾਂ ਤੋਂ ਹਸਪੀਟਲ 'ਚ ਨੇ ਤੇ ਇੱਕ ਬੰਦਾ ਮਾਨਸਿਕ ਬਿਮਾਰ ਹੈ। ਤੇ ਤੁਸੀਂ ਖੁਦ ਸੋਚੋ ਕਿ 11 ਸਾਲ ਤੋਂ ਇੱਕ ਬੰਦਾ ਹਸਪੀਟਲ 'ਚੋਂ ਬਾਹਰ ਆ ਕੇ ਐਸਾ ਕਿਹੜਾ ਕੰਮ ਕਰ ਦੇਣਗੇ ਕਿ ਉਹ ਦੇਸ਼ ਦਰੋਹੀ ਹੋ ਜਾਣਗੇ ਜਾਂ ਸਾਡੇ ਸਮਾਜ ਲਈ ਕੋਈ ਬੁਰਾਈ ਕ੍ਰੀਏਟ ਹੋ ਜਾਏਗੀ। ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਬੰਦੀ ਸਿੰਘ ਜਿਹੜੇ ਉਹ ਵੀਰ ਨੇ ਕਿ ਜਿਨ੍ਹਾਂ ਦਾ ਕੋਈ ਵੀ ਇੱਦਾਂ ਦੀ ਕ੍ਰਾਈਮ ਹਿਸਟਰੀ ਨਹੀਂ ਹੈ ਕਿ ਅਸੀਂ ਫੋਲ ਕੇ ਵੇਖ ਲਈ ਕਿ ਕੋਈ ਕ੍ਰਿਮੀਨਲਸ ਨੇ, ਨਹੀਂ ਹੈ। ਉਹਨਾਂ ਨੇ ਭਾਵੁਕ ਹੋ ਕੇ, ਜਦ ਕਦੀ ਇੱਦਾਂ ਦਾ ਸਮੇਂ ਸੀ 1984 ਦਾ, ਜਿਸ ਦੇ ਵਿੱਚ ਜਦੋਂ ਇੱਕ ਸਿੱਖ ਕੌਮ ਦੇ ਉੱਤੇ ਬਹੁਤ ਅਤਿਆਚਾਰ ਹੋਏ ਨੇ, ਤੇ ਮੈਂ ਕਹਿਣ ਤੋਂ ਗੁਰੇਜ਼ ਵੀ ਨਹੀਂ ਕਰਾਂਗੀ ਕਿ ਕਾਂਗਰਸ ਸਰਕਾਰ ਵੱਲੋਂ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੀ ਡੈਥ ਹੋਈ ਹੈ, ਜੋ ਵੀ ਠੀਕ ਹੈ, ਤੁਸੀਂ ਤੁਹਾਡੇ 2 ਜਿਹੜੇ ਸੀ ਸ਼ਖਸ ਤੁਸੀਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ, ਤੇ ਮੈਨੂੰ ਨਹੀਂ ਲੱਗਦਾ ਕਿ ਉੱਥੇ ਪੂਰੀ ਕੌਮ ਦਾ ਕਸੂਰ ਸੀ। ਪੂਰੀ ਸਿੱਖ ਕੌਮ ਨੂੰ ਟੌਰਚਰ ਕੀਤਾ ਗਿਆ, ਛੋਟੇ ਛੋਟੇ ਬੱਚਿਆਂ ਨੂੰ ਟੌਰਚਰ ਕੀਤਾ ਗਿਆ, ਉਹਨਾਂ ਦੇ ਨਾਲ ਲੜਕੀਆਂ ਨੂੰ ਸੜਕਾਂ ਦੇ ਉੱਤੇ ਉਹਨਾਂ ਨਾਲ ਮਿਸਬਿਹੇਵ ਹੋਇਆ। ਮਤਲਬ ਜੋ ਅਸੀਂ ਸਹਿ ਵੀ ਨਹੀਂ ਸਕਦੇ ਜਾਂ ਸੋਚ ਵੀ ਨਹੀਂ ਸਕਦੇ, ਰੂਹ ਕੰਬਦੀ ਹੈ, ਉੱਦਾਂ ਦਾ ਮਾਹੌਲ ਕ੍ਰੀਏਟ ਹੋਇਆ। ਕਈ ਵਾਰੀ ਕੀ ਹੁੰਦਾ ਹੈ ਕਿ ਕੁਝ ਲੋਕ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਜਾਗਦੇ ਜ਼ਮੀਰ। ਇਹ ਵੀਰ ਉਹ ਸੀ ਜਿਨ੍ਹਾਂ ਦੇ ਜ਼ਮੀਰ ਜਾਗਦੇ ਸੀ, ਉਹਨਾਂ ਕੋਲ ਨਹੀਂ ਬਰਦਾਸ਼ਤ ਹੋਇਆ ਭਾਵਨਾਵਾਂ ਵਿੱਚ ਆ ਕੇ। ਜੇ ਉਹਨਾਂ ਨੇ ਕੋਈ ਗਲਤ ਕਦਮ ਚੁੱਕ ਲਏ, ਜਿਨ੍ਹਾਂ ਨੂੰ ਕਾਨੂੰਨ ਗਲਤ ਕਦਮ ਕਹਿੰਦਾ ਹੈ, ਜੇ ਚੁੱਕ ਲਏ, ਉਹਦੀ ਸਜ਼ਾ ਮਿਲੀ ਹੈ, ਆਪਣੀਆਂ ਸਜ਼ਾ ਭੋਗ ਚੁੱਕੇ ਨੇ। ਹੁਣ ਉਹਨਾਂ ਦੇ ਹਿਊਮਨਸ ਰਾਈਟਸ ਬਣਦੇ ਹੈ, ਉਹਨਾਂ ਦੇ ਮਨੁੱਖੀ ਅਧਿਕਾਰ ਨੇ ਕਿ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਰਿਹਾਈ ਮਿਲਣੀ ਚਾਹੀਦੀ ਹੈ। ਤੇ ਫਿਰ ਇੱਥੇ ਗੱਲ ਇਹ ਵੀ ਹੈ ਕਿ ਵਿਤਕਰਾ ਕਿਉਂ? ਹੁਣ ਤੁਸੀਂ ਦੇਖੋ ਕਿ ਰਾਜੀਵ ਗਾਂਧੀ ਦੇ ਜਿਹੜੇ ਹੱਤਿਆਰੇ ਸੀ ਉਹਨਾਂ ਨੂੰ 32 ਸਾਲ ਬਾਅਦ ਰਿਹਾ ਕਰ ਦਿੱਤਾ ਜਾਂਦਾ ਹੈ। ਫਿਰ ਕਿਤੇ ਨਾ ਕਿਤੇ ਇਵੇਂ ਲੱਗਦਾ ਕਿ ਜਿਵੇਂ ਤੁਸੀਂ ਸਿੱਖਾਂ ਨੂੰ ਜਸਟਿਸ ਨਹੀਂ ਦੇ ਰਹੇ ਇਸ ਦੇਸ਼ ਦੇ ਵਿੱਚ। ਤੇ ਸਿੱਖਾਂ ਦਾ ਜਿਹੜਾ ਕੰਟਰੀਬਿਊਸ਼ਨ ਆਜ਼ਾਦੀ ਤੋਂ ਆਪਾਂ ਸ਼ੁਰੂ ਕਰੀਏ ਤੇ ਹੁਣ ਤੱਕ ਬਹੁਤ ਹੈ ਇਸ ਦੇਸ਼ ਦੇ ਵਿੱਚ। ਆਜ਼ਾਦੀ ਵੇਲੇ ਅਗਰ 100 ਸਿਰ ਦਿੱਤੇ ਗਏ ਤੇ ਉਹਦੇ ਵਿੱਚ 90 ਸਿਰ ਜਿਹੜੇ ਉਹ ਸਿੱਖਾਂ ਦੇ ਸੀ।
ਤੇ ਕਿੱਥੇ ਹੈ ਕਿ ਜਿੱਥੇ ਸਿੱਖ ਕੁਰਬਾਨੀਆਂ ਨਹੀਂ ਦਿੰਦੇ, ਚਾਹੇ ਸਰਹੱਦਾਂ ਤੇ ਕੁਰਬਾਨੀਆਂ ਦੀ ਗੱਲ ਕਰ ਲਈਏ ਜਾਂ ਅਸੀਂ ਪੂਰੇ ਵਰਲਡ ਦੇ ਵਿੱਚ, ਤੁਸੀਂ ਵੀ ਇਸ ਚੀਜ਼ ਨੂੰ ਜਾਣਦੇ ਹੋ ਕਿ ਅਗਰ ਕੋਈ ਭੁੱਖਾ ਹੈ ਤੇ ਉਹਦਾ ਵੀ ਢਿੱਡ ਭਰਨ ਲਈ ਸਭ ਤੋਂ ਪਹਿਲੇ ਸਿੱਖ ਕੌਮ ਅੱਗੇ ਆਂਦੀ। ਕੋਈ ਵਿਪਤਾ ਦੇਸ਼ ਤੇ ਆ ਜੇ ਤਾਂ ਵੀ ਸਿੱਖ ਕੌਮ ਅੱਗੇ ਆਂਦੀ। ਸਾਡੇ ਤੇ ਜਿਹੜੇ 10ਵੇਂ ਗੁਰੂ ਸੀ ਉਹਨਾਂ ਨੇ ਹਿੰਦ ਦੀ ਚਾਦਰ ਲਈ, ਹਿੰਦੁਸਤਾਨ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਤੇ ਜਿਹੜੀਆਂ ਇੰਨੀਆਂ ਸ਼ਹਾਦਤਾਂ, ਇੰਨੀਆਂ ਕੁਰਬਾਨੀਆਂ ਜਿਸ ਕੌਮ ਦੀਆਂ ਹੋਣ ਤੇ ਉਸ ਕੌਮ ਦੇ ਨਾਲ ਵਿਤਕਰਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਤੇ ਜਸਟਿਸ ਸਾਨੂੰ ਵੀ ਹੈ। ਅਸੀਂ ਚਾਹੁੰਦੇ ਹਾਂ ਕਿ ਮਾਣ ਔਰ ਫਖਰ ਮਹਿਸੂਸ ਹੋਵੇ, ਅਸੀਂ ਕਹਿ ਸਕੀਏ ਕਿ ਵੀ ਆਰ ਅ ਇੰਡੀਅਨ, ਵੀ ਪ੍ਰਾਊਡ ਟੂ ਬੀ ਅ ਇੰਡੀਅਨਸ। ਪਰ ਕਿਵੇਂ ਕਹਿ ਦਈਏ ਜਦ ਸਾਡੀ ਕੌਮ ਦੇ ਨਾਲ ਏਡਾ ਵਿਤਕਰਾ ਹੈ? ਸਾਡੀ ਕੌਮ ਦੇ ਨਾਲ ਤੁਸੀਂ ਹਰ ਵੇਲੇ ਇੱਕ ਮਤਰਵਾ ਜਿਹੜਾ ਵਿਵਹਾਰ ਹੁੰਦਾ ਉਹ ਕਰ ਰਹੇ ਹੋ। ਇੱਕ ਪਾਸਿਓਂ ਸਾਨੂੰ ਗਵਰਨਮੈਂਟ ਦਿਖਾਉਂਦੀ ਹੈ ਕਿ ਸਾਨੂੰ ਸਿੱਖਾਂ ਪ੍ਰਤੀ ਬੜਾ ਪਿਆਰ ਹੈ, ਤੁਸੀਂ ਸਾਡੇ ਗੁਰੂਆਂ ਦੇ ਸ਼ਹਾਦਤ ਦਿਵਸ ਮਨਾ ਰਹੇ ਹੋ ਲਾਲ ਕਿਲੇ ਤੇ ਇੱਕ ਪਾਸੇ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਕੰਮ ਆਂਦੀ ਹੈ ਜਾਂ ਗੱਲ ਆਂਦੀ ਹੈ ਤਾਂ ਸਾਰੇ ਚੁੱਪੀ ਸਾਧ ਕੇ ਬੈਠ ਜਾਂਦੇ। ਇਹ ਨਹੀਂ ਹੋਣਾ ਚਾਹੀਦਾ ਤੇ ਇਸ ਲਈ ਅਸੀਂ ਆਵਾਜ਼ ਬੁਲੰਦ ਕਰ ਰਹੇ ਹਾਂ। ਔਰ ਮੈਂ ਰਾਸ਼ਟਰਪਤੀ ਜੀ ਕੋਲ ਟਾਈਮ ਲੈਣ ਲਈ ਆਪਣੀ ਜੋ ਮੇਰਾ ਲੀਗਲ ਪ੍ਰੋਸੈਸ ਹੈ ਉਹ ਮੈਂ ਫਿਲ ਕਰ ਚੁੱਕੀ ਹਾਂ ਤੇ ਮੈਨੂੰ ਬਹੁਤ ਜਲਦੀ ਜਦ ਉਹਨਾਂ ਦਾ ਸਮਾਂ ਮਿਲਦਾ ਹੈ ਤੇ ਮੈਂ ਉਹਨਾਂ ਅੱਗੇ ਗੱਲ ਜ਼ਰੂਰ ਰੱਖਣੀ ਚਾਹਾਂਗੀ ਕਿ ਬੰਦੀ ਸਿੰਘਾਂ ਦੇ ਮਨੁੱਖੀ ਅਧਿਕਾਰ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਕਿ ਸਾਨੂੰ ਵੀ ਲੱਗੇ ਕਿ ਅਸੀਂ ਵੀ ਇਸ ਸੁਤੰਤਰ ਦੇਸ਼ ਦੇ ਵਾਸੀ ਹਾਂ, ਅਸੀਂ ਵੀ ਭਾਰਤ ਦੇ ਨਾਗਰਿਕ ਹਾਂ। ਜਸਵਿੰਦਰ ਕੌਰ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡੀ ਪੇਸ਼ਕਾਰੀ ਪਸੰਦ ਹੋਈ ਹੋਵੇਗੀ। ਬਾਕੀ ਸਾਰੀਆਂ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ। ਹੁਣ ਮੈਨੂੰ ਯਾਨੀ ਕਿ ਸ਼ਿਖਾ ਸੰਧੀਰ ਨੂੰ ਦੇ ਦਿਓ ਇਜਾਜ਼ਤ। ਧੰਨਵਾਦ।